ਸਕੂਲ ਆਫ ਐਮੀਨੈਂਸ ਦੀ ਪ੍ਰਪੋਜ਼ਲ ਹੈ ਜਿਹੜੀ ਉਹ ਤੁਹਾਨੂੰ ਪਤਾ ਹੈ ਕਿ ਚੱਲ ਰਹੀ ਹੈ ਔਰ ਬੜੀ ਜਲਦੀ ਹੀ ਉਹ ਖੁੱਲਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਸਾਡਾ ਇੱਕ ਵਾਅਦਾ ਸਭ ਤੋਂ ਇੰਪੋਰਟੈਂਟ ਕਿ ਹਰ ਘਰ ਨੂੰ ਅਸੀਂ 300 ਯੂਨਿਟ ਮਹੀਨੇ ਦੀ ਬਿਜਲੀ ਫ੍ਰੀ ਦੇਵਾਂਗੇ। ਅੱਜ ਤਕਰੀਬਨ 90% ਤੋਂ ਵੀ ਵੱਧ ਪਰਿਵਾਰਾਂ ਨੂੰ ਉਹ ਬਿਜਲੀ ਫ੍ਰੀ ਮਿਲ ਰਹੀ ਹੈ ਔਰ ਲੋਕ ਅੱਜ ਰਾਹਤ ਮਹਿਸੂਸ ਕਰ ਰਹੇ ਨੇ ਮਹਿੰਗਾਈ ਤੋਂ। ਇਸ ਦੇ ਨਾਲ ਨੌਕਰੀਆਂ ਤੁਸੀਂ ਦੇਖਿਆ ਹੋਵੇਗਾ, ਸੁਣਿਆ ਹੋਵੇਗਾ ਕਿ ਸਰਕਾਰਾਂ ਨੇ ਜਿਹੜੀਆਂ ਉਹ ਪੌਣੇ 5 ਸਾਲ ਟਪਾਉਣ ਤੋਂ ਬਾਅਦ ਉਹ ਜਾਗਦੀਆਂ ਨੇ, ਫਿਰ ਨੋਟੀਫਿਕੇਸ਼ਨਾਂ ਕਰਦੀਆਂ ਨੇ, ਐਲਾਨ ਕਰਦੀਆਂ ਨੇ, ਬੋਰਡ ਬੈਨਰ ਲਵਾਉਂਦੇ ਨੇ ਤੇ 3 ਮਹੀਨਿਆਂ ਦੇ ਵਿੱਚ ਕੋਡ ਲੱਗ ਜਾਂਦਾ ਤੇ ਫਿਰ ਮੁੜ ਕੇ ਪਤਨਾਲਾ ਉੱਥੇ ਦਾ ਉੱਥੇ ਤੇ ਫਿਰ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਆਪਣੀਆਂ ਡਿਗਰੀਆਂ ਚੱਕੀ ਵਿਚਾਰੇ ਕੋਰਟਾਂ ਦੇ ਵਿੱਚ ਸਾਲਾਂ ਬੱਧੀ ਧੱਕੇ ਖਾਂਦੇ ਫਿਰਦੇ ਰਹਿੰਦੇ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ। ਇਹ ਪਹਿਲੀ ਇਹੋ ਜੀ ਸਰਕਾਰ ਆਈ ਹੈ ਜਿਸ ਨੇ ਪਹਿਲੇ ਸਾਲ ਦੇ ਪਹਿਲੇ ਦਿਨ ਤੋਂ ਕੰਮ ਸ਼ੁਰੂ ਕੀਤਾ ਤੇ ਅੱਜ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤਕਰੀਬਨ 28,000 ਤਕਰੀਬਨ 27,000 26,997 ਦੇ ਕਰੀਬ ਦੀ ਫਿਗਰ ਹੈ ਜਿਹੜੀ 27,000 ਦੇ ਕਰੀਬ ਹੈ ਜਿਹੜੀ ਉਹ ਨਵੀਆਂ ਨੌਕਰੀਆਂ ਜਿਹੜੀਆਂ ਉਹ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ। 14,000 ਤੋਂ ਵੱਧ ਐਮਪਲੋਈਜ਼ ਨੇ ਜਿਹੜੇ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾ ਚੁੱਕਿਆ ਹੈ। ਇਹ ਉਹ ਵਰਗ ਹੈ ਜਿਸ ਨੇ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲੀ ਵਾਲੇ ਪਾਸੇ ਲੈ ਕੇ ਜਾਣਾ ਹੈ, ਲੋਕਾਂ ਨੂੰ ਸਰਵਿਸ ਡਿਲੀਵਰੀ ਜਿਹੜੀ ਉਹ ਦੇਣੀ ਹੈ। ਇਸ ਦੇ ਨਾਲ ਮਾਫੀਆਜ਼ ਨੂੰ ਖਤਮ ਕਰਨ ਦੀ ਗੱਲ ਕਰ ਲਈਏ। ਸ਼ਰਾਬ ਮਾਫੀਆ ਜਿਹੜੇ ਇਲੀਗਲ ਗਲਤ ਮਾੜੀਆਂ ਨਕਲੀ ਸ਼ਰਾਬਾਂ ਦੀ ਵਜ੍ਹਾ ਕਰਕੇ ਤਰਨਤਾਰਨ ਵਰਗੇ ਇਲਾਕਿਆਂ ਦੇ ਵਿੱਚ ਸੈਂਕੜੇ ਮੌਤਾਂ ਹੋ ਜਾਂਦੀਆਂ ਸੀਗੀਆਂ, ਅੱਜ ਉਹਨਾਂ ਮਾਫੀਆਜ਼ ਨੂੰ ਨੱਥ ਪੂਰੇ ਤਰੀਕੇ ਨਾਲ ਪੈ ਚੁੱਕੀ ਹੈ। ਐਕਸਾਈਜ਼ ਦਾ ਰੈਵਨਿਊ 6,6200 ਕਰੋੜ ਤੋਂ ਵੱਧ ਕੇ 9,000 ਕਰੋੜ ਤੱਕ ਇਸੇ ਸਾਲ ਪਹੁੰਚ ਗਏ ਤੇ ਅਗਲੇ ਸਾਲ 9,700 ਕਰੋੜ ਤੱਕ ਸਾਡਾ ਲੈ ਕੇ ਜਾਣ ਦਾ, ਯਾਨੀ ਕਿ 75 ਸਾਲਾਂ ਦੇ ਵਿੱਚ ਉਹ 0 ਤੋਂ 6200 ਕਰੋੜ ਤੇ ਪਹੁੰਚਦੇ ਤੇ ਸਾਡੇ ਇੱਕ ਸਾਲ ਵੀ ਨਹੀਂ 9 ਮਹੀਨਿਆਂ ਦੇ ਵਿੱਚ ਉਹ 6200 ਕਰੋੜ ਤੋਂ 9,000 ਕਰੋੜ ਤੱਕ ਪਹੁੰਚ ਜਾਂਦਾ, ਯਾਨੀ ਕਿ ਆਲਮੋਸਟ 3,000 ਕਰੋੜ ਦਾ ਜੰਪ ਜਿਹੜਾ ਇਸ ਇੱਕ ਸਾਲ ਦੇ ਵਿੱਚ ਦਿਲਵਾ ਦਿੰਦੇ ਆ। ਇਸੇ ਤਰੀਕੇ ਦੇ ਨਾਲ GST ਦੇ ਵਿੱਚ ਸਟੈਂਪ ਡਿਊਟੀ ਦੇ ਵਿੱਚ ਰੈਵਨਿਊ ਕਲੈਕਸ਼ਨ ਹੈ ਜਿਹੜੀ ਉਹ ਵੱਧ ਰਹੀ ਹੈ। ਮਾਫੀਆ ਮਾਈਨਿੰਗ ਮਾਫੀਆ ਜਿਹੜਾ ਸੁਣਿਆ ਕਰਦੇ ਸੀਗੇ ਔਰ ਪੰਜਾਬ ਦੇ ਲੋਕਾਂ ਦੇ ਨੱਕੀ ਧੂਆਂ ਕਢਾ ਰੱਖਿਆ ਸੀਗਾ ਮਹਿੰਗੇ ਰੇਤਿਆਂ ਨੇ, ਜਿਸ ਦਿਨ ਦੀ ਅਸੀਂ ਪਾਲਿਸੀ ਲੈ ਕੇ ਆਇਆ ਉਸ ਦਿਨ ਦਾ 5.5 ਰੁਪਏ ਦਾ ਖੱਡਾਂ ਦੇ ਉੱਪਰ ਮਿਲਦਾ ਔਰ ਪੰਜਾਬ ਦੇ ਦੂਰ ਦਰਾਡੇ ਇਲਾਕਿਆਂ ਤੋਂ ਵੀ 12, 15, 18 ਰੁਪਏ ਤੋਂ ਵੱਧ ਰੇਤੇ ਦੀ ਕੀਮਤ ਨਹੀਂ ਰਹੇਗੀ। ਉਹ ਵੱਡੇ ਪੱਧਰ ਦੇ ਉੱਪਰ ਰੇਤੇ ਦੀਆਂ ਕੀਮਤਾਂ ਨੇ ਕੰਟਰੋਲ ਚ ਆ ਚੁੱਕੀਆਂ, ਮਾਫੀਆ ਖਤਮ ਹੋ ਚੁੱਕਿਆ। ਸੋ ਮੈਂ ਜਿਹੜੀ ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਆਪਾਂ ਗੱਲ ਕਰ ਲਈਏ ਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੰਡਸਟਰੀਅਲ ਪਾਲਿਸੀ ਅਸੀਂ ਲੈ ਕੇ ਆਏ ਆ, ਟੂਰਿਜ਼ਮ ਪਾਲਿਸੀ ਲੈ ਕੇ ਆਏ ਆ, ਈਕੋ ਟੂਰਿਜ਼ਮ ਦੀ ਪਾਲਿਸੀ ਹੈ ਉਹ ਆ ਚੁੱਕੀ ਹੈ, ਇਲੈਕਟ੍ਰੋਨਿਕ ਵਹੀਕਲ ਦੀ ਪਾਲਿਸੀ ਹੈ ਉਹ ਆ ਚੁੱਕੀ ਹੈ, ਜਿਹਦੇ ਨਾਲ ਤਕਰੀਬਨ 41,000 ਕਰੋੜ ਦਾ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵੱਡੇ ਨਾਮੀ ਇਕੱਲੇ ਦੇਸ਼ ਦੀਆਂ ਕੰਪਨੀਆਂ ਨਹੀਂ ਬਾਹਰਲੀਆਂ ਫੋਰਨ ਕੰਪਨੀ ਤੋਂ ਵੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆ ਰਹੀ ਹੈ ਔਰ ਆ ਚੁੱਕੀ ਹੈ। ਸੋ ਮੈਂ ਸਮਝਦਾ ਕਿ ਇਹ ਇਹੋ ਜਿਹੇ ਕੰਮ ਨੇ ਜਿਹੜੇ ਲੰਬੇ ਸਮੇਂ ਤੋਂ ਪੰਜਾਬ ਨੂੰ ਲੋੜ ਸੀਗੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਰਹਿਨੁਮਾਈ ਦੇ ਹੇਠ ਉਹਨਾਂ ਦੀ ਸਾਰੀ ਕੈਬਨਿਟ, ਸਾਰੇ MLA, ਸਾਰੀ ਬਿਊਰੋਕ੍ਰੇਸੀ ਵਧੀਆ ਤਰੀਕੇ ਦੇ ਨਾਲ ਆਪੋ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ, ਅਚੀਵਮੈਂਟਾਂ ਨੇ ਹੋਈਆਂ ਨੇ। ਜੇ ਮੈਂ ਆਪਣੇ ਮਹਿਕਮੇ ਦੀ ਗੱਲ ਕਰ ਲਾਂ ਕਿ ਜੋ ਪਿਛਲੇ 9 ਮਹੀਨੇ ਦੇ ਵਿੱਚ ਜੋ ਮੈਨੂੰ ਜ਼ਿੰਮੇਵਾਰੀ ਮਾਨ ਸਾਹਿਬ ਨੇ ਸੰਭਾਈ ਸੀਗੀ ਉਹਦੇ ਵਿੱਚ ਜੇ ਆਪਾਂ ਨਿਊ ਔਰ ਰਿਨਿਊਏਬਲ એનર્ਜੀ ਦੀ ਗੱਲ ਕਰ ਲਈਏ ਤੇ ਸੋਲਰਾਈਜੇਸ਼ਨ ਦਾ ਪ੍ਰੋਜੈਕਟ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਚੱਲ ਰਿਹਾ ਹੈ। ਸਾਰੇ ਦਫ਼ਤਰਾਂ ਨੂੰ ਸੋਲਰਾਈਜ਼ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਔਰ ਬੜੀ ਜਲਦੀ ਅਸੀਂ ਕੰਪਲੀਟ ਕਰਾਂਗੇ। ਇਸੇ ਤਰੀਕੇ ਦੇ ਨਾਲ ਕਨਾਲ ਟੌਪ ਯਾਨੀ ਕਿ ਨਹਿਰਾਂ ਦੇ ਉੱਪਰ ਸੋਲਰ ਪੈਨਲਸ ਲਗਾ ਕੇ ਬਿਜਲੀ ਪੈਦਾ ਕਰਨ ਦਾ ਕੰਮ, ਫਲੋਟਿੰਗ ਨਹਿਰਾਂ ਦੇ ਵਿੱਚ ਫਲੋਟਿੰਗ ਜਿਹੜੇ ਸੋਲਰ ਪੈਨਲ ਨੇ ਉਹਨਾਂ ਤੋਂ ਬਿਜਲੀ ਪੈਦਾ ਕਰਨ ਦਾ ਕੰਮ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਚੱਲ ਰਿਹਾ ਹੈ। ਔਰ ਇਸ ਤੋਂ ਇਲਾਵਾ ਬਾਇਓਮਾਸ ਇੱਕ ਮੇਜਰ ਸੋਰਸ ਆਫ એનર્ਜੀ ਅੱਜ, ਜਿਹਦੇ ਤਹਿਤ ਏਸ਼ੀਆ ਦਾ ਸਭ ਤੋਂ ਵੱਡਾ ਪਲਾਂਟ ਹੈ ਜਿਹੜਾ 33 TPD ਦਾ ਉਹ ਪਟਾਲ ਕਲਾਂ ਲਹਿਰਾ ਗਾਗਾ ਦੇ ਵਿੱਚ ਅਕਤੂਬਰ ਦੇ ਵਿੱਚ ਖੁਦ ਭਗਵੰਤ ਮਾਨ ਜੀ ਨੇ ਆਪ ਇਨੋਗਰੇਟ ਕੀਤਾ ਹੈ। ਉਸ ਤਰੀਕੇ ਦੇ ਹੀ 42 ਹੋਰ ਪ੍ਰੋਜੈਕਟ ਨੇ ਉਹ ਅਪਰੂਵ ਕੀਤੇ ਗਏ ਨੇ। ਉਹਨਾਂ ਦੇ ਕੁਝ ਇਸ਼ੂ ਸੀਗੇ ਸਟੇਟ ਔਰ ਸੈਂਟਰਲ ਗਵਰਨਮੈਂਟ ਦੇ ਨਾਲ, ਉਹਦੇ ਵਾਸਤੇ ਅਸੀਂ ਟਾਸਕ ਫੋਰਸ ਬਣਾਈ। ਸਟੇਟ ਗਵਰਨਮੈਂਟ ਦੇ ਜਿੰਨੇ ਇਸ਼ੂ ਸੀ ਉਹ ਆਲਮੋਸਟ ਸਾਰੇ ਅਸੀਂ ਐਡਰੈਸ ਕਰ ਚੁੱਕੇ ਹਾਂ ਔਰ ਸੈਂਟਰਲ ਗਵਰਨਮੈਂਟ ਦੇ ਨਾਲ ਵਾਰਤਾਲਾਪ ਹੈ ਜਿਹੜਾ, ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ ਤੇ ਬੜੀ ਜਲਦੀ ਉਹ ਵੀ ਦੂਰ ਹੋ ਜਾਣਗੇ। ਪੰਜਾਬ ਦੇ ਵਿੱਚ 2 ਕਰੋੜ ਟਨ ਪਰਾਲੀ ਯਾਨੀ ਕਿ 20 ਮਿਲੀਅਨ ਟਨ ਪਰਾਲੀ ਹੈ ਜਿਹੜੀ ਉਹ ਹਰ ਸਾਲ ਹੁੰਦੀ ਹੈ, ਜਿਹਦੇ ਵਿੱਚੋਂ 8 ਮਿਲੀਅਨ ਟਨ
ਉਹ ਇਨ ਸੀਟੂ ਐਕਸੀਟੂ ਮੈਨੇਜ ਹੋ ਜਾਂਦੇ। 12 ਮਿਲੀਅਨ ਟਨ ਪਰਾਲੀ ਹਜੇ ਵੀ ਅਵੇਲੇਬਲ ਹੈ, ਜਿਸ ਤੋਂ ਅਸੀਂ ਬਿਜਲੀ ਬਣਾਉਣ ਦਾ ਕੰਮ, CNG CBG ਬਣਾਉਣ ਦਾ ਕੰਮ ਚੱਲ ਰਿਹਾ ਹੈ। ਔਰ ਇਹਦੇ ਨਾਲ ਹੀ ਅਸੀਂ ਇੱਕ ਹੋਰ ਜਿਸ ਪਾਸੇ ਸਾਰੀ ਦੁਨੀਆ ਅੱਜ ਚੱਲੀ ਹੋਈ ਹੈ, ਗ੍ਰੀਨ ਹਾਈਡਰੋਜਨ ਬਣਦੀ ਹੈ ਵੇਰੀਅਸ ਸੋਰਸਿਸ ਤੋਂ, ਔਰ ਪਰਾਲੀ ਤੋਂ ਵੀ ਗ੍ਰੀਨ ਹਾਈਡਰੋਜਨ ਬਣ ਸਕਦੀ ਹੈ। ਔਰ ਉਹਦੇ ਉੱਪਰ ਵੀ ਅਸੀਂ ਪਾਲਿਸੀ ਬਣਾਉਣ ਜਾ ਰਹੇ ਹਾਂ, ਤਾਂ ਕਿ ਇਹੀ ਪਰਾਲੀ ਜਿਹੜੀ ਅੱਜ ਕਿਸਾਨ ਮਜਬੂਰੀ ਵਸ ਤੀਲੀ ਲਾ ਕੇ ਜਲਾਣੀ ਪੈਂਦੀ ਹੈ, ਜਿਸ ਕਿਸਾਨ ਨੂੰ ਇਹੀ ਪਰਾਲੀ ਹੈ ਜਿਹੜੀ ਇਹ ਲਾਇਬਿਲਿਟੀ ਤੋਂ ਐਸਿਡ ਦੇ ਵਿੱਚ ਕਨਵਰਟ ਕਰ ਦਾਂਗੇ, ਔਰ ਕਿਸਾਨ ਵੀਰਾਂ ਨੂੰ ਇਸੇ ਤੋਂ ਪੈਸੇ ਦੀ ਕਮਾਈ ਦਾ ਸਾਧਨ ਸ਼ੁਰੂ ਹੋ ਜਾਊਗਾ, এনवायरमेंट ਵੀ ਬਚੂਗਾ, ਧਰਤੀ ਵੀ ਬਚੂਗੀ। ਸੋ ਇਹ ਸਾਰੇ ਪ੍ਰੋਸੈਸ ਨੇ ਅਸੀਂ ਨਿਊ ਐਂਡ ਰੀਨਿਊਏਬਲ એનર્ਜੀ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ, ਪਿਛਲੇ 9 ਮਹੀਨਿਆਂ ਦੇ ਵਿੱਚ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਸੌਂਪੀ ਮਾਨ ਸਾਹਿਬ ਨੇ, ਉਹ ਅਸੀਂ ਕਰ ਰਹੇ ਹਾਂ। ਇਸ ਤੋਂ ਇਲਾਵਾ ਹਾਊਸਿੰਗ ਡਿਪਾਰਟਮੈਂਟ ਵੀ ਮੇਰੇ ਕੋਲ ਤਕਰੀਬਨ 9 ਮਹੀਨੇ ਰਿਹਾ, ਉਹਦੇ ਵਿੱਚ ਅਸੀਂ ਵੱਡੇ ਪੱਧਰ ਦੇ ਉੱਪਰ ਡੀਸੈਂਟਰਲਾਈਜੇਸ਼ਨ ਆਫ ਪਾਵਰ ਜਿਹੜੀ ਉਹ ਕੀਤੀ ਹੈ। ਕੱਲੀਆਂ ਪਰਮਿਸ਼ਨਾਂ ਪਿੱਛੇ, CLU ਪਿੱਛੇ ਲੋਕਾਂ ਨੂੰ ਮਿਨਿਸਟਰਾਂ ਕੋਲ ਧੱਕੇ ਖਾਣੇ ਪੈਂਦੇ ਸੀ। ਮੈਂ ਆਉਂਦੇ ਸਾਰ ਉਹ ਸਾਰੀਆਂ ਅਸੀਂ ਪਾਵਰਸ ਡੈਲੀਗੇਟ ਕਰ ਦਿੱਤੀਆਂ। ਸਾਰੀਆਂ ਪਰਮਿਸ਼ਨਸ ਨੇ ਜਿਹੜੀਆਂ ਉਹ CA ਲੈਵਲ ਤੱਕ ਉਹ ਹੋ ਜਾਂਦੀਆਂ ਨੇ, ਜੋ ਆਮ ਲੋਕਾਂ ਨੂੰ ਔਰ ਡਿਵੈਲਪਰਸ ਦਾ ਕੰਮ ਸੌਖਾ ਕਰ ਦਿੱਤਾ। ਇਸ ਦੇ ਨਾਲ ਅਸੀਂ ਇੱਕ ਅਫੋਰਡੇਬਲ ਹਾਊਸਿੰਗ ਪਾਲਿਸੀ ਲੈ ਕੇ ਆਏ ਹਾਂ, ਜਿਸ ਦੇ ਨਾਲ ਇਨਲੀਗਲ ਕਲੋਨੀਆਂ ਜੋ ਕਿ ਪਿਛਲੇ ਸਮੇਂ 14,000 ਬਣ ਗਿਆ, ਉਹਨਾਂ ਨੂੰ ਡਿਸਕਰੇਜ ਕੀਤਾ ਜਾਊਗਾ, ਬੈਨ ਕੀਤਾ ਜਾਊਗਾ। ਤੇ ਅਫੋਰਡੇਬਲ ਹਾਊਸਿੰਗ ਪਾਲਿਸੀ ਦੇ ਵਿੱਚ ਇੰਨਾ ਕੁ ਕੰਮ ਸੌਖਾ ਕਰ ਦਿੱਤਾ ਔਰ ਸਸਤਾ ਕਰ ਦਿੱਤਾ, ਇੰਨਾ ਟਰਾਂਸਪੇਰੈਂਟ ਕਰ ਦਿੱਤਾ ਕਿ ਕਿਸੇ ਨੂੰ ਇਲੀਗਲ ਕਾਲੋਨੀ ਕੱਟਣ ਦੀ ਲੋੜ ਨਹੀਂ ਹੈਗੀ। ਅਫੋਰਡੇਬਲ ਹਾਊਸਿੰਗ ਦੇ ਵਿੱਚ ਅੱਧੇ ਰੇਟਾਂ ਦੇ ਵਿੱਚ ਫੀਸਾਂ ਅੱਧੀਆਂ ਕਰ ਦਿੱਤੀਆਂ। ਉਹ ਪਾਲਿਸੀ ਇਨ ਪਲੇਸ ਹੈ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਉਸ ਦਾ। ਇਸ ਦੇ ਨਾਲ ਅਸੀਂ ਇੱਕ ਹੋਰ, ਕਿਉਂਕਿ CLU ਇੱਕ ਇਹੋ ਜਿਹਾ ਸ਼ਬਦ ਬਣ ਚੁੱਕਿਆ ਜਿਸ ਨੂੰ ਸੁਣ ਕੇ ਆਮ ਲੋਕ, ਡਿਵੈਲਪਰ, ਕੋਲੋਨਾਈਜ਼ਰ ਉਹ ਡਰ ਜਾਂਦੇ ਨੇ, ਉਹ ਸਹਿਮ ਜਾਂਦੇ ਨੇ, ਔਰ ਇਹ ਲੈਣ ਦੇ ਲਈ 1.5 2 ਸਾਲ ਦਾ ਸਮਾਂ ਲੱਗ ਜਾਂਦਾ ਸੀਗਾ। ਅਸੀਂ ਇੱਕ ਇਹੋ ਜਿਹੀ ਪਾਲਿਸੀ ਹੈ ਜਿਹੜੀ ਉਹ ਅਪਰੂਵ ਕਰ ਚੁੱਕੇ ਹਾਂ। 2-3 ਦਿਨਾਂ ਦੇ ਵਿੱਚ ਉਹਦੀ ਨੋਟੀਫਿਕੇਸ਼ਨ ਹੋ ਜਾਣੀ ਹੈ, ਜਿਸ ਦੇ ਵਿੱਚ CLU ਲੇਆਊਟ ਪਲਾਨ, ਬਿਲਡਿੰਗ ਪਲਾਨ, ਲਾਇਸੈਂਸ ਟੂ ਕਾਲੋਨੀ ਤੁਸੀਂ ਇੱਕ ਐਪਲੀਕੇਸ਼ਨ ਦੇ ਨਾਲ ਸਾਡੇ ਹਾਊਸਿੰਗ ਡਿਪਾਰਟਮੈਂਟ ਦੇ ਵਿੱਚ ਅਪਲਾਈ ਕਰਿਆ ਕਰਨਗੇ ਲੋਕ, ਔਰ 1.5 ਤੋਂ 2 ਮਹੀਨਿਆਂ ਦੇ ਵਿੱਚ ਬਾਕੀ ਸਾਰੇ ਕੰਸਰਨਡ ਮਹਿਕਮਿਆਂ ਤੋਂ ਵੀ ਪਰਮਿਸ਼ਨਾਂ ਲੈ ਕੇ 1.5 ਤੋਂ 2 ਮਹੀਨਿਆਂ ਦੇ ਵਿੱਚ ਅਸੀਂ ਡਿਵੈਲਪਰ ਨੂੰ, ਕੋਲੋਨਾਈਜ਼ਰ ਨੂੰ, ਅਸੀਂ ਆਮ ਲੋਕਾਂ ਨੂੰ ਜਿਹੜੇ ਅਪਲਾਈ ਕਰਨਗੇ ਅਸੀਂ ਉਹਨਾਂ ਨੂੰ ਦੇ ਦਿਆ ਕਰਾਂਗੇ। ਇਹਦੇ ਨਾਲ ਖੱਜਲ ਖੁਆਰੀ ਜਿਹੜੀ ਉਹ ਖਤਮ ਹੋ ਜਾਏਗੀ, ਜਿਹੜੀ ਭ੍ਰਿਸ਼ਟਾਚਾਰ ਹੁੰਦਾ ਉਹ ਖਤਮ ਹੋ ਜਾਏਗਾ, ਔਰ ਸਿਸਟਮ ਬੜਾ ਸੌਖਾ ਔਰ ਸਰਲ ਹੋ ਜਾਏਗਾ। ਇਸ ਤੋਂ ਇਲਾਵਾ ਮੈਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਸੀਗਾ ਕਿ 2000 ਸਨ ਤੋਂ ਲੈ ਕੇ ਅੱਜ ਤੱਕ EWS ਯਾਨੀ ਇਕਨੋਮਿਕਲੀ ਵੀਕਰ ਸੈਕਸ਼ਨ, ਆਮ ਗਰੀਬ ਲੋਕ, ਲੋੜਵੰਦ ਲੋਕਾਂ ਨੂੰ ਇੱਕ ਵੀ ਮਕਾਨ ਹੈ ਪਿਛਲੀਆਂ ਸਰਕਾਰਾਂ ਨੇ, ਨਾ ਅਕਾਲੀ ਦਲ ਦੀ ਨਾ ਕਾਂਗਰਸ ਨੇ, ਉਹ ਦਿੱਤਾ ਨਹੀਂ ਹੈਗਾ। ਤੇ ਭਗਵੰਤ ਮਾਨ ਜੀ ਦੇ ਹਦਾਇਤਾਂ ਮੁਤਾਬਕ ਅਸੀਂ 2 ਫੇਜ਼ਾਂ ਦੇ ਵਿੱਚ 25 ਤੋਂ 30 ਹਜ਼ਾਰ ਮਕਾਨ ਹੈ ਜਿਹੜਾ ਉਹ ਬੜੀ ਜਲਦੀ ਹੀ ਪੰਜਾਬ ਸਰਕਾਰ ਲੋੜਵੰਦ ਲੋਕਾਂ ਨੂੰ ਦੇਣ ਜਾ ਰਹੀ ਹੈ। ਉਹਦਾ ਮਾਡਲ ਤਿਆਰ ਹੋ ਚੁੱਕਿਆ, ਟੈਂਡਰ ਡਾਕੂਮੈਂਟ ਆਲਮੋਸਟ ਤਿਆਰ ਹੋ ਚੁੱਕਿਆ, ਔਰ ਜਦੋਂ ਹੀ ਮੈਂ CM ਸਾਹਿਬ ਨੂੰ ਪਿਛਲੇ ਹਫਤੇ ਰਿਕੁਐਸਟ ਕੀਤੀ ਸੀਗੀ, ਸੈਸ਼ਨ ਖਤਮ ਹੋਣ ਤੋਂ ਬਾਅਦ ਉਹ ਮਾਡਲ ਔਰ ਟੈਂਡਰ ਡਾਕੂਮੈਂਟ ਇੱਕ ਵਾਰੀ CM ਸਾਹਿਬ ਨੂੰ ਦਿਖਾ ਕੇ ਇਨ ਪ੍ਰਿੰਸੀਪਲ ਅਪਰੂਵਲ ਹੋ ਕੇ ਮਹਿਕਮੇ ਨੇ, ਪੰਜਾਬ ਸਰਕਾਰ ਨੇ ਉਹ ਵੀ ਟੈਂਡਰ ਫਲੋਟ ਕਰ ਦੇਣਾ, ਤਾਂ ਕਿ 25 ਤੋਂ 30 ਹਜ਼ਾਰ ਲੋਕਾਂ ਨੂੰ EWS ਹਾਊਸਿਸ ਨੇ ਜਿਹੜੇ ਉਹ ਮਿਲ ਸਕਣ। ਪਹਿਲੇ ਫੇਜ਼ ਦੇ ਵਿੱਚ ਤਕਰੀਬਨ 15,000 ਤੇ ਦੂਸਰੇ ਫੇਜ਼ ਦੇ ਵਿੱਚ 10 ਤੋਂ 15,000 ਹੈ ਜਿਹੜਾ ਉਹ ਮਕਾਨ ਮਿਲ ਜਾਣਗੇ। ਇਸੇ ਤਰੀਕੇ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਅੱਜ ਤੱਕ 75 ਸਾਲਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਤਕਰੀਬਨ 40-45% ਪੰਜਾਬ ਦਾ ਜਿਹੜੇ ਮਾਸਟਰ ਪਲਾਨ ਨੇ ਉਹ ਬਣੇ ਨੇ। ਮਾਸਟਰ ਪਲਾਨ ਮੁਤਾਬਕ ਹੀ ਡਿਵੈਲਪਮੈਂਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਤੇ ਅਸੀਂ ਜਿਸ ਦਿਨ ਦੀ ਮੈਨੂੰ ਜ਼ਿੰਮੇਵਾਰੀ ਸੌਂਪੀ ਸੀ ਮਾਨ ਸਾਹਿਬ ਨੇ, ਅਸੀਂ ਉਹ ਆਰਡਰ ਕਰ ਚੁੱਕੇ। ਪੂਰੇ ਪੰਜਾਬ ਦਾ ਦੇ ਮਾਸਟਰ ਪਲਾਨ ਬਣਨ ਦਾ ਪ੍ਰੋਸੈਸ ਹੈ ਜਿਹੜਾ ਉਹ ਅਸੀਂ ਇਨੀਸ਼ੀਏਟ ਕੀਤਾ ਹੋਇਆ, ਔਰ ਬੜੀ ਜਲਦੀ ਮੈਂ ਸਮਝਦਾ ਕਿ 1.5 ਸਾਲ ਦੇ ਵਿੱਚ ਮਾਸਟਰ ਪਲਾਨਸ ਨੇ ਜਿਹੜੇ ਉਹ ਸਾਰੇ ਸ਼ਹਿਰਾਂ ਦੇ, ਸਾਰੇ ਪਿੰਡਾਂ ਦੇ, ਸਮੁੱਚੇ ਪੰਜਾਬ ਦੇ ਬਣ ਜਾਣਗੇ। ਔਰ ਨਵੀਆਂ ਟਾਊਨਸ਼ਿਪਸ ਔਰ ਨਵਾਂ ਟਾਊਨ ਇਹ ਮੈਂ ਸਮਝਦਾ ਕਿ ਅੱਜ ਗਲੋਬਲੀ ਜਿਹੜੀ ਲੋਕਾਂ ਦਾ ਜਿਹੜਾ ਮਾਈਗ੍ਰੇਸ਼ਨ ਪਿੰਡਾਂ ਤੋਂ ਕਸਬਿਆਂ ਵੱਲ, ਕਸਬਿਆਂ ਤੋਂ ਸ਼ਹਿਰਾਂ ਵੱਲ, ਸ਼ਹਿਰਾਂ ਤੋਂ ਮੈਟਰੋਪੋਲੀਟਨਸ ਵੱਲ ਉਹ ਚੱਲ ਰਿਹਾ ਹੈ। ਨਵੀਆਂ ਟਾਊਨਸ਼ਿਪ ਚਾਹੇ ਇਕੱਲੇ ਮੁਹਾਲੀ ਦੇ ਵਿੱਚ ਹੀ ਨਹੀਂ, ਲੁਧਿਆਣੇ ਦੇ ਵਿੱਚ 1700 ਏਕੜ ਦੇ ਵਿੱਚ, ਬਠਿੰਡਾ ਦੇ ਵਿੱਚ ਟੀਅਰ 2 ਟੀਅਰ 3 ਸਿਟੀ ਛੋਟੇ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਅਸੀਂ ਨਵੀਆਂ ਟਾਊਨਸ਼ਿਪਸ ਨੇ ਜਿਹੜੀਆਂ ਉਹ ਪਲਾਨ ਕੀਤੀਆਂ ਹੋਈਆਂ ਨੇ। ਕੁਝ ਪਲਾਨ ਹੋ ਚੁੱਕੀਆਂ, ਔਰ ਮੈਂ ਸਮਝਦਾ ਕਿ ਜੇ ਉਸੇ ਪਲਾਨ ਮੁਤਾਬਕ ਪੰਜਾਬ ਸਰਕਾਰ ਔਰ ਮਹਿਕਮਾ ਚੱਲਦਾ ਰਿਹਾ ਤੇ ਤਕਰੀਬਨ ਇਹਨਾਂ 5 ਸਾਲਾਂ ਦੇ ਵਿੱਚ ਤਕਰੀਬਨ 100 ਦੇ ਕਰੀਬ ਨਵੀਆਂ ਹਾਊਸਿੰਗ ਡਿਪਾਰਟਮੈਂਟ ਦੀਆਂ ਪੂਡਾ ਦੀਆਂ ਆਪਣੀਆਂ ਕਾਲੋਨੀਜ਼ ਨੇ ਜਿਹੜੀਆਂ, ਟਾਊਨਸ਼ਿਪਸ ਨੇ ਜਿਹੜੀਆਂ, ਵਰਲਡ ਕਲਾਸ ਟਾਊਨਸ਼ਿਪਸ ਨੇ ਜਿਹੜੀਆਂ ਉਹ ਤਿਆਰ ਹੋ ਜਾਣਗੀਆਂ।
ਔਰ ਜਿਵੇਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਮੈਂ ਹੈਦਰਾਬਾਦ ਗਿਆ ਸੀਗਾ, ਮਾਨ ਸਾਹਿਬ ਦੀ ਇਜਾਜ਼ਤ ਦੇ ਨਾਲ ਰਾਮੋਜੀ ਸਿਟੀ ਦੇਖ ਕੇ ਆਇਆ, ਚਾਹੇ ਵਰਲਡ ਕਲਾਸ ਅਮਿਊਜ਼ਮੈਂਟ ਪਾਰਕ ਦੀ ਗੱਲ ਹੋਵੇ, ਫਿਲਮ ਸਿਟੀ ਦੀ ਗੱਲ ਹੋਵੇ, ਇਹ ਸਾਰੀਆਂ ਚੀਜ਼ਾਂ ਨੇ, ਚਾਹੇ ਆਈਟੀ ਪਾਰਕ ਦੀ ਆਈਟੀ ਸਿਟੀ ਦੀ ਗੱਲ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਹੋਮਵਰਕ ਹੈ ਜਿਹੜਾ ਉਹ ਹੋ ਚੁੱਕਿਆ। ਔਰ ਟਰਾਂਸਪੋਰਟੇਸ਼ਨ, ਕਿਉਂਕਿ ਅੱਜ ਇੱਕ ਮਹੱਤਵਪੂਰਨ ਆਸਪੈਕਟ ਹੈ, ਸ਼ਹਿਰਾਂ ਦੇ ਵਿੱਚ ਹਰੇਕ ਵਿਅਕਤੀ ਨੂੰ ਟਰਾਂਸਪੋਰਟੇਸ਼ਨ ਚਾਹੀਦੀ ਹੈ। UMTC ਦੇ ਨਾਲ ਆਲਰੇਡੀ ਅੰਡਰ ਪ੍ਰੋਸੈਸ ਚੱਲ ਰਿਹਾ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਟਰੋ, ਚਾਹੇ ਮੁਹਾਲੀ ਦੀ ਗੱਲ ਹੋਵੇ, ਲੁਧਿਆਣਾ ਦੀ ਗੱਲ ਹੋਵੇ, ਜਲੰਧਰ, ਅੰਮ੍ਰਿਤਸਰ, ਬਠਿੰਡਾ ਦੀ ਗੱਲ ਹੋਵੇ, ਪਟਿਆਲਾ ਦੀ ਗੱਲ ਹੋਵੇ, ਇਹਦੇ ਬਾਰੇ UMTC ਦੇ ਨਾਲ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਇਹਨਾਂ ਦੀ ਫੀਜ਼ੇਬਿਲਿਟੀ ਜਿਹੜਾ ਸਰਵੇ ਹੈ ਉਹ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੰਮ ਨੇ ਜਿਹੜੇ ਇਹ ਬੜੀ ਜਲਦੀ ਹੀ ਸਿਰੇ ਚਾੜੇ ਜਾਣਗੇ। ਮੈਂ ਇਹ ਉਮੀਦ ਆਸ ਕਰਦਾ ਔਰ ਵਿਸ਼ਵਾਸ ਹੈ ਮੈਨੂੰ ਕਿ ਜਿਸ ਸਪੀਡ ਨਾਲ ਕੰਮ ਸ਼ੁਰੂ ਹੋਇਆ ਹੈ, ਇਹੀ ਸਪੀਡ ਹੈ ਜਿਹੜੀ ਇਹ ਹੋਰ ਵਧਦੀ ਜਾਏਗੀ ਅੱਗੇ, ਔਰ ਵੱਡੇ ਪੱਧਰ ਦੇ ਉੱਪਰ ਇੱਕ ਪਲਾਨਡ ਸਟੇਟ ਆਫ ਦਾ ਆਰਟ ਡਿਵੈਲਪਮੈਂਟ ਹੈ ਜਿਹੜੀ ਉਹ ਸਮੁੱਚੇ ਪੰਜਾਬ ਨੂੰ ਉਹ ਦੇਖਣ ਨੂੰ ਮਿਲੇਗੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਇੱਥੇ ਪਹੁੰਚੇ ਦੇ ਉੱਪਰ ਧੰਨਵਾਦ। ਮੈਂ ਅੱਜ ਤੁਹਾਡੇ ਨਾਲ ਆਪਣੇ ਦਿਲ ਦੇ ਵਲਵਲੇ ਜਿਹੜੇ ਉਹ ਸ਼ੇਅਰ ਕਰਨ ਦੇ ਲਈ ਇੱਥੇ ਪਹੁੰਚਿਆ ਸੀਗਾ, ਕਿਉਂਕਿ ਪਿਛਲੇ ਲੰਬੇ ਸਮੇਂ ਤਕਰੀਬਨ 30 ਸਾਲਾਂ ਦੇ ਪੋਲੀਟੀਕਲ ਔਰ ਸੋਸ਼ਲ ਸਫਰ ਦੇ ਵਿੱਚ ਇੰਨੀ ਕਮਿਟਮੈਂਟ ਦੇ ਨਾਲ, ਇੰਨੀ ਇਮਾਨਦਾਰੀ ਦੇ ਨਾਲ, ਇੰਨੀ ਡੈਡੀਕੇਸ਼ਨ ਦੇ ਨਾਲ ਮੈਂ ਪੰਜਾਬ ਦੇ ਵਿੱਚ ਕਦੇ ਕਿਸੇ ਪਾਰਟੀ ਨੂੰ, ਕਦੇ ਕਿਸੇ ਸਰਕਾਰ ਨੂੰ, ਕਦੇ ਕਿਸੇ ਲੀਡਰ ਨੂੰ ਮੈਂ ਕੰਮ ਕਰਦੇ ਨਹੀਂ ਦੇਖਿਆ ਜੋ ਅੱਜ ਪਿਛਲੇ 1 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਹੌਲ ਸਿਰਜਿਆ। ਸੋ ਮੈਂ ਸਮਝਦਾ ਕਿ ਲੋਕ ਵਧਾਈ ਦੇ ਪਾਤਰ ਨੇ। ਇਹ ਤਾਂ ਸਿਰਫ ਇੰਨਾ ਹੈ ਕਿ ਇਹ ਤਾਂ ਸੈਲਫ ਮਾਰਿਆ ਪੰਜਾਬ ਸਰਕਾਰ ਨੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮਾਂ ਦਾ, ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ। ਇਹ ਤਾਂ ਸਿਰਫ ਸੈਲਫ ਮਾਰਿਆ, ਪਹਿਲਾ ਗੇਅਰ ਪਿਆ ਤੇ ਆਉਣ ਵਾਲੇ 5 ਸਾਲਾਂ ਦੇ ਵਿੱਚ 5ਵੇਂ ਗੇਅਰ ਤੱਕ ਜਦੋਂ ਟੌਪ ਗੇਅਰ ਦੇ ਵਿੱਚ ਗੱਡੀ ਪਹੁੰਚੇਗੀ ਤੇ ਫਿਰ ਮੁੜ ਕੇ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ 5 ਸਾਲਾਂ ਬਾਅਦ ਪੰਜਾਬੀਆਂ ਨੂੰ, ਸਮੁੱਚੀ ਦੁਨੀਆ ਨੂੰ ਨਜ਼ਰ ਆਏਗਾ। ਸਰ, ਪੰਜਾਬ ਦੇ ਰੈਵਨਿਊ ਦੀ ਗੱਲ ਕੀਤੀ ਤੁਸੀਂ, ਸ਼ਰਾਬ ਦੇ ਜਿਹੜੇ ਦੁਕਾਨਾਂ ਖੁੱਲੀਆਂ ਜਾ ਰਹੀਆਂ ਨੇ ਉਸ ਦੇ ਲਈ ਲੋਕ ਵਿਰੋਧ ਵੀ ਕਰ ਰਹੇ ਨੇ ਕਿ ਇਹ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਰੈਵਨਿਊ ਵਧਾਉਣਾ ਤਾਂ ਜਿਹੜੀਆਂ ਚੀਜ਼ਾਂ ਨੇ ਕਿਰਾਇਆ ਬੰਦ ਕਰਨਾ ਚਾਹੀਦਾ ਹੈਗਾ। ਲੇਡੀਜ਼ ਦਾ ਜਿਹੜਾ ਬੱਸਾਂ ਦੇ ਵਿੱਚ ਹੈ, ਬਿਜਲੀ ਜਿਹੜੀ ਆ ਉਹ ਘੱਟ ਕਰਨੀ ਚਾਹੀਦੀ ਹੈ, ਵੀ ਲੋਕਾਂ ਨੂੰ ਜਿੰਨੀ ਜ਼ਰੂਰਤ ਹੈ ਉਸ ਹਿਸਾਬ ਦਾ ਪੈਸਾ ਲੈਣਾ ਚਾਹੀਦਾ। ਵੀ ਜਿਹੜੇ ਇਸ ਤਰ੍ਹਾਂ ਦਲ ਦੇ ਠੇਕੇ ਖੋਲ ਕੇ ਸੈਸ ਲਾ ਕੇ ਪੈਟਰੋਲ ਦੀਆਂ ਚੀਜ਼ਾਂ ਦੇ ਉੱਤੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਾਰੇ? ਦੇਖੋ ਇਸ ਤਰ੍ਹਾਂ ਹੈ ਕਿ ਇਹ ਮੈਂ ਸਮਝਦਾ ਕਿ ਉਹਦੇ ਜੋ ਮੈਨੂੰ ਪਤਾ ਲੱਗਿਆ ਕਿ ਵਾਈਨ ਔਰ ਜਿਹੜੀ ਆਈ ਥਿੰਕ ਜੋ ਬੀਅਰ ਹੈ ਉਹਦੀ ਤੁਸੀਂ ਗੱਲ ਕਰਦੇ ਹੋ, ਇਹ 'ਚ ਕੋਈ ਲੰਬੇ ਚੌੜੇ ਖਾਸ ਗੱਲ ਨਹੀਂ ਹੈਗੀ। ਕੱਲੇ ਰੈਵਨਿਊ ਦਾ ਸਵਾਲ ਨਹੀਂ ਹੈ। ਰੈਵਨਿਊ ਤਾਂ ਜੇ ਤੁਹਾਨੂੰ ਮੈਂ ਇੱਕ ਚੀਜ਼ ਬੇਨਤੀ ਕਰੂੰਗਾ ਕਿ ਐਟਲੀਸਟ ਹਜੇ 9 ਮਹੀਨੇ ਹੋਏ ਨੇ ਪਹਿਲਾਂ ਜਦੋਂ ਅਸੀਂ ਪਾਲਿਸੀ ਪੰਜਾਬ ਦੇ ਵਿੱਚ ਐਕਸਾਈਜ਼ ਦੀ ਬਣੀ ਹੈ ਤੇ ਉਸੇ ਇੱਕ ਐਕਸਾਈਜ਼ ਦੀ ਪਾਲਿਸੀ ਦੇ ਨਾਲ ਪੰਜਾਬ ਦਾ ਰੈਵਨਿਊ 6000 ਕਰੋੜ ਤੋਂ 9000 ਕਰੋੜ ਤੇ ਪਹੁੰਚ ਗਿਆ। ਉਸੇ ਇੱਕ ਐਕਸਾਈਜ਼ ਪਾਲਿਸੀ ਦੇ ਨਾਲ ਜਿਹਨੂੰ ਕਿ ਵਿਰੋਧੀ ਪਾਰਟੀਆਂ ਭੰਡਦੀਆਂ ਨੇ, ਜਿਹਦਾ ਖਮਿਆਜ਼ਾ ਸਾਨੂੰ ਦਿੱਲੀ ਦੇ ਵਿੱਚ ਵੀ ਭੁਗਤਣਾ ਪੈ ਰਿਹਾ ਹੈ। ਮਨੀਸ਼ ਜੀ ਹੋਣਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੂੰ ਅੰਦਰ ਬੰਦ ਕੀਤਾ ਗਿਆ। ਉਸੇ ਇੱਕ ਐਕਸਾਈਜ਼ ਪਾਲਿਸੀ ਦੇ ਨਾਲ ਜਿੱਥੇ ਰੈਵਨਿਊ ਪੰਜਾਬ ਦਾ 3000 ਕਰੋੜ ਵਧਿਆ, ਉੱਥੇ ਹੀ ਤੁਸੀਂ ਇਹ ਮੰਨ ਕੇ ਚੱਲੋ ਕਿ ਜਿਹੜਾ ਜਿੰਨੀ ਇਲੀਗਲ ਸ਼ਰਾਬ ਬਣਦੀ ਸੀਗੀ, ਵਿਕਦੀ ਸੀਗੀ, ਸਮਗਲਿੰਗ ਹੁੰਦੀ ਸੀਗੀ, ਚਾਹੇ ਪੰਜਾਬ ਤੋਂ ਬਣ ਕੇ ਬਾਹਰ ਜਾਂਦੀ ਸੀਗੀ, ਚਾਹੇ ਬਾਹਰਲੇ ਸਟੇਟਾਂ ਤੋਂ ਪੰਜਾਬ ਦੇ ਵਿੱਚ ਆਉਂਦੀ ਸੀਗੀ, ਜਿੰਨੀਆਂ ਮੌਤਾਂ ਮਾੜੀ ਜਾਲੀ ਡੁਪਲੀਕੇਟ ਸ਼ਰਾਬ ਦੇ ਨਾਲ ਹੁੰਦੀਆਂ ਸੀਗੀਆਂ ਉਹ ਬੰਦ ਹੋ ਚੁੱਕੀਆਂ। ਜੇ ਇੱਕ ਪਹਿਲੀ ਪਾਲਿਸੀ ਦੇ ਨਾਲ ਇਹ ਇੰਨਾ ਕੁਝ ਹੋ ਸਕਦਾ ਹੈ ਤੇ ਇਸ ਪਾਲਿਸੀ ਦਾ ਵੀ ਤੁਸੀਂ ਪੋਜ਼ਿਟਿਵ ਇੰਪੈਕਟ ਹੈ ਜਿਹੜਾ ਉਹ ਆਉਣ ਵਾਲੇ 1 ਸਾਲ ਤੁਹਾਨੂੰ ਨਜ਼ਰ ਆਏਗਾ। ਸਰ, ਤੁਸੀਂ ਆਪਣੀਆਂ ਅਚੀਵਮੈਂਟਸ ਗਨਾਈਆਂ ਪਿਛਲੇ 9 ਮਹੀਨਿਆਂ ਦੇ ਵਿੱਚ, ਰੀਸੈਂਟਲੀ ਤੁਹਾਨੂੰ 2 ਡਿਪਾਰਟਮੈਂਟ ਇੰਪੋਰਟੈਂਟ ਮਹਿਕਮੇ ਵਾਪਸ ਲੈ ਲਏ ਗਏ ਨੇ, ਕੀ ਇਹ ਵੀ ਤੁਹਾਡੀ ਪਰਫਾਰਮੈਂਸ ਨਾਲ ਰਿਲੇਟਡ ਸੀ? ਨਹੀਂ, ਦੇਖੋ ਇਸ ਤਰ੍ਹਾਂ ਕਿ ਪਰਫਾਰਮੈਂਸ ਨਾਲ ਤਾਂ ਨਹੀਂ ਮੈਂ ਰਿਲੇਟਡ ਜਾਂ ਨਹੀਂ ਰਿਲੇਟਡ ਮੈਂ ਨਹੀਂ ਕਹਿ ਸਕਦਾ ਹੈਗਾ ਕਿ ਕਿਸ ਚੀਜ਼ ਨਾਲ ਰਿਲੇਟਡ ਹੈ, ਪਰ ਮੈਂ ਮੰਨ ਕੇ ਚੱਲਦਾ। ਮੈਂ ਪਹਿਲਾਂ ਵੀ ਉਸ ਦਿਨ ਵੀ ਸੰਗਰੂਰ ਮੈਨੂੰ ਕੁਝ ਪੱਤਰਕਾਰ ਵੀਰਾਂ ਨੇ ਸਵਾਲ ਕੀਤਾ ਸੀਗਾ। ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਕਿਹੜੇ ਵਿਅਕਤੀ ਨੂੰ ਮਿਨਿਸਟਰ ਬਣਾਉਣਾ, ਕਿਹਨੂੰ ਨਹੀਂ ਬਣਾਉਣਾ, ਕਿਹੜੇ ਆਪਦੇ ਮਿਨਿਸਟਰ ਤੋਂ ਕਿਹੜਾ ਕੰਮ ਲੈਣਾ, ਆਪਦੀ ਟੀਮ ਦੇ ਸਾਥੀ ਤੋਂ ਕਿਹੜਾ ਕੰਮ ਲੈਣਾ ਹੈ, ਕੀ ਕੰਮ ਲੈਣਾ, ਕਿਹੜਾ ਮਹਿਕਮਾ ਦੇਣਾ ਹੈ, ਕਿਹੜਾ ਮਹਿਕਮਾ ਲੈਣਾ ਹੈ, ਇਹ ਸਾਰਾ ਪ੍ਰੈਰੋਗੇਟਿਵ ਹੈ ਜਿਹੜਾ ਇਹ ਮਾਨਯੋਗ ਮੁੱਖ ਮੰਤਰੀ ਦਾ ਹੁੰਦਾ। ਸੋ ਮੈਂ ਨਹੀਂ ਸਮਝਦਾ ਹੈਗਾ ਕਿ ਇਹਦੇ 'ਚ ਕੋਈ ਲੰਬੀ ਚੌੜੀ ਗੱਲ ਹੈ। ਮੈਂ ਤਾਂ ਆਪਦੇ ਵੱਲੋਂ
ਜੋ ਮੈਨੂੰ 9 ਮਹੀਨੇ ਦਾ ਸਮਾਂ ਮਿਲਿਆ ਹਾਊਸਿੰਗ ਦੇ ਵਿੱਚ ਮੈਂ 100% ਕਮਿਟਮੈਂਟ ਦੇ ਨਾਲ, ਇਮਾਨਦਾਰੀ ਦੇ ਨਾਲ, ਟਰਾਂਸਪੇਰੈਂਸੀ ਤੇ ਅਕਾਊਂਟੇਬਲ ਦੇ ਨਾਲ ਤੇ ਪੰਜਾਬ ਨੂੰ ਇੱਕ ਬਿਹਤਰੀਨ ਸੂਬਾ ਅਰਬਨ ਡਿਵੈਲਪਮੈਂਟ ਦੇ ਬਣਾਉਣ ਦੇ ਮਕਸਦ ਨਾਲ ਮੈਂ ਕੰਮ ਕੀਤਾ। ਬਾਕੀ ਇਹ ਪ੍ਰੈਰੋਗੇਟਿਵ ਹੈ ਜਿਹੜਾ ਉਹ ਸੀਐਮ ਸਾਹਿਬ ਦਾ ਹੁੰਦਾ ਹੈ। सर, पिछले साल प्रधानमंत्री नरेंद्र मोदी की सुरक्षा में चूक हुई थी पंजाब में, उसमें अंतरिम रिपोर्ट जो मुख्य सचिव ने सौंपी है उसको किस तरीके से आप देखते हैं? क्या सरकार ने माना है कि सुरक्षा में बड़ी चूक हुई है? नहीं, देखिए इसमें तो कोई दो राय नहीं कि, और मैं समझता हूँ कि सरकार भी, मान साहब भी ये पहले कह चुके हैं कि उस समय जब चरणजीत सिंह चन्नी पंजाब के मुख्यमंत्री थे तो एक बहुत बड़ी चूक, एक बहुत बड़ी गलती या उसमें शायद कोई पॉलिटिक्स भी इन्वॉल्व हुए, वो उस समय हुई है। चाहे प्रधानमंत्री हो, प्रधानमंत्री किसी एक पार्टी के नहीं होते, प्रधानमंत्री देश के होते हैं। चाहे मुख्यमंत्री हो, चाहे मंत्री हो, चाहे एमएलए हो, चाहे सरपंच हों, जब वो बंदा एक बारी इलेक्ट हो जाता है तो वो उस पूरी पॉपुलेशन का होता है, पॉलिटिकल डिफरेंसेस अपार्ट। सो अगर ऐसा जो हुआ था वो मैं समझता हूं कि अनफॉर्चुनेट है, और इसके लिए पंजाब सरकार बड़ी संजीदा है। किसी के साथ भी जिसने अगर ये जानबूझ के चूक की है या किसी ने करवाई है तो उसके साथ एज पर लॉ, एज पर कानून कार्रवाई होनी चाहिए। ਅਮਨ ਜੀ, ਇੱਕ ਤੁਸੀਂ EWS ਦੀ ਗੱਲ ਕੀਤੀ, ਇਕਨੋਮਿਕ ਲੀਕਰ ਸੈਕਸ਼ਨ ਦੀ। ਪਿਛਲੀਆਂ ਸਰਕਾਰਾਂ ਦੇ ਵਿੱਚ ਜਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਵੀ ਇਹ ਬਿਲਡਰ ਨੇ ਆਪਣੀ ਕੋਈ ਵੀ ਜਦੋਂ ਪ੍ਰੋਜੈਕਟ ਸ਼ੁਰੂ ਕਰਦੇ ਨੇ, ਪਿਛਲੀ ਸਰਕਾਰ 'ਚ ਵੀ ਮੁੱਦਾ ਉੱਠਿਆ ਸੀਗਾ ਕਿ ਜੇਕਰ ਕਿਤੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਉੱਥੇ ਫਾਇਰ ਬ੍ਰਿਗੇਡ ਦੀ ਗੱਡੀ ਤੱਕ ਵੀ ਨਹੀਂ ਪਹੁੰਚ ਸਕਦੀ। ਕੀ ਉਹਨਾਂ ਬਿਲਡਰਾਂ ਦੇ ਖਿਲਾਫ ਕੋਈ ਨੋਟਿਸ ਵਗੈਰਾ ਜਾਂ ਉਹ ਕਾਰਵਾਈ ਕਰਨ ਦੀ ਗੱਲ ਕੀਤੀ ਸੀਗੀ, ਜਾਂ ਤੁਹਾਡੇ ਵੱਲੋਂ ਕਿਉਂਕਿ ਹੁਣ ਮਹਿਕਮਾ ਚਲਾ ਗਿਆ ਹੈਗਾ, ਪਰ ਉਹ ਬਿਲਡਰ ਜਿਹੜੇ ਹੈਗੇ ਨੇ ਇਕਨੋਮਿਕ ਵੀਕਰ ਸੈਕਸ਼ਨ ਦੇ ਨਾਮ ਤੇ ਜਾਂ ਜਿੱਥੇ ਪਾਰਕਾਂ ਜਾਂ ਕੋਈ ਜਗ੍ਹਾ ਹੁੰਦੀ ਸੀ ਉੱਥੇ ਵੀ ਉਹ ਬਿਲਡਿੰਗਾਂ ਖੜੀਆਂ ਕਰ ਦਿੰਦੇ ਸੀਗੇ, ਵੇਚ ਦਿੰਦੇ ਸੀ ਉਹਨਾਂ ਨੂੰ ਵੀ, ਕਿ ਉਹਨਾਂ ਨੂੰ ਵੀ ਕੋਈ ਨੋਟਿਸ ਵਗੈਰਾ ਕੱਢੇ ਗਏ ਸੀ? ਦੇਖੋ, ਹੁਣ ਜਿਹੜੀ ਨਵੀਂ ਪਾਲਿਸੀ ਉਹਦੇ 'ਚ ਕੀ ਚੇਂਜਸ? ਦੇਖੋ, ਇਸ ਤਰ੍ਹਾਂ ਕਿ ਜਿਹੜੀਆਂ ਪਾਲਿਸੀਆਂ ਨੇ ਨਾ ਜੀ, ਪਾਲਿਸੀਆਂ ਦੇ ਵਿੱਚ ਪ੍ਰੋਵੀਜ਼ਨ ਤਾਂ ਹੁੰਦੀ ਹੈ ਕਿ ਕੋਈ ਬੰਦਾ ਵਾਇਓਲੇਸ਼ਨ ਨਹੀਂ ਕਰੂਗਾ। ਜੇ ਸਪੋਜ਼ ਕਿਤੇ ਕੋਈ ਟ੍ਰੈਜੇਡੀ ਹੋ ਜਾਂਦੀ ਹੈ, ਅੱਗ ਲੱਗ ਜਾਂਦੀ ਹੈ, ਤੇ ਉੱਥੇ ਫਾਇਰ ਬ੍ਰਿਗੇਡ ਹੈ ਜਿਹੜੀ ਉਹ ਨੈਸ਼ਨਲ ਬਿਲਡਿੰਗ ਕੋਡ ਦੇ ਮੁਤਾਬਕ ਉੱਥੇ ਫਾਇਰ ਬ੍ਰਿਗੇਡ ਪਹੁੰਚਣੀ ਚਾਹੀਦੀ ਹੈ ਤਾਂ ਕਿ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਇਹ ਚੀਜ਼ਾਂ ਪਾਲਿਸੀਆਂ ਦੇ ਵਿੱਚ ਤਾਂ ਹੁੰਦੀਆਂ ਨੇ, ਪਹਿਲਾਂ ਵੀ ਸ਼ਾਇਦ ਹੁੰਦੀਆਂ ਹੋਣਗੀਆਂ, ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਕਿਉਂਕਿ ਪੋਲੀਟੀਕਲ ਲੋਕਾਂ ਦੇ ਆਪਦੇ ਇੰਟਰਸਟ ਸੀਗੇ, ਫਾਈਨੈਂਸ਼ੀਅਲ ਜਾਂ ਪੋਲੀਟੀਕਲ ਇੰਟਰਸਟ। ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਰੈਗੂਲੇਟ ਕੀਤਾ ਜਿਹੜੀਆਂ 14,000 ਕਾਲੋਨੀਆਂ ਦੇ ਉੱਪਰ ਬੈਨ ਲੱਗਿਆ ਹਾਈ ਕੋਰਟ ਦੇ ਆਰਡਰਸ ਤੋਂ ਬਾਅਦ, ਤੇ ਹੌਲੀ ਹੌਲੀ ਅਸੀਂ ਉਹਨੂੰ ਫੇਜ਼ ਆਊਟ ਕੀਤਾ। ਪਹਿਲੇ ਫੇਜ਼ ਦੇ ਵਿੱਚ ਅਸੀਂ ਇੱਕ ਪੋਰਟਲ ਲਾਂਚ ਕੀਤਾ ਕਿ ਤੁਸੀਂ ਆਪਦੇ ਡਾਕੂਮੈਂਟ ਅਪਲੋਡ ਕਰੋ, ਤੁਹਾਨੂੰ ਐਨਓਸੀ ਇਸ਼ੂ ਹੋ ਜਾਏਗਾ। ਫਿਰ ਅਸੀਂ 5773 ਪਿੰਡ ਜਿਹੜੇ ਉਹਨਾਂ ਨੂੰ ਐਗਜ਼ਾਮਟ ਕਰ ਦਿੱਤਾ। ਹੁਣ ਇੱਕ ਹੋਰ ਪਾਲਿਸੀ ਹੈ ਜਿਹੜੀ ਉਹ ਤਿਆਰ ਕੀਤੀ ਪਈ ਹੈ ਸੀਐਮ ਸਾਹਿਬ ਦੀ ਅਪਰੂਵਲ ਦੇ ਲਈ, ਉਹ ਜਾਣੀ ਹੈ ਨੈਕਸਟ ਵੀਕ, ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਇਹ ਮਸਲਾ ਅਸੀਂ ਹੱਲ ਕਰ ਦਾਂਗੇ ਐਨਓਸੀਜ਼ ਵਾਲਾ। ਜਿਹੜੀ ਤੁਸੀਂ ਗੱਲ ਕੀਤੀ ਫਾਇਰ ਦੀ ਜਾਂ ਬਾਕੀ ਚੀਜ਼ਾਂ ਦੀ, ਦੇਖੋ ਇਹ ਜਿਹੜੀ ਨਵੀਂ ਈਵੀਐਸ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਅਸੀਂ 25,000 ਘਰ ਬਣਾਉਣੇ ਨੇ, ਇਹ ਤਾਂ ਆਲਰੇਡੀ, ਕਿਉਂਕਿ ਇਹਦੀ ਸਾਰੀ ਪਲੈਨਿੰਗ, ਇਹਦੀ ਸਾਰੀ ਐਗਜ਼ੀਕਿਊਸ਼ਨ ਹੈ ਉਹ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਨੇ ਕਰਨੀ ਹੈ। ਉਹ ਇਸ ਕਰਕੇ ਉਹ ਤਾਂ ਆਲਰੇਡੀ ਪੂਰੇ ਪਲਾਨਡ ਤਰੀਕੇ ਦੇ ਨਾਲ ਹੋਏਗਾ। ਸਾਰੇ ਪੈਰਾਮੀਟਰਸ ਨੇ, ਜਿਹੜੀਆਂ ਸਾਰੀਆਂ ਰੈਗੂਲੇਸ਼ਨਸ ਨੇ ਉਹਦੇ ਵਿੱਚ ਫੋਲੋ ਹੋਣਗੀਆਂ ਤਾਂ ਕਿ ਕਿਸੇ ਤਰੀਕੇ ਦੀ ਟ੍ਰੈਜੇਡੀ ਨਾ ਹੋਵੇ। ਜਿਹੜੀ ਤੁਸੀਂ ਪਿਛਲੇ ਸਮੇਂ ਦੀ ਗੱਲ ਕਰਦੇ ਹੋ ਕਿ ਜਿਹੜੇ ਕੋਈ ਬਿਲਡਰਸ ਨੇ ਇਹੋ ਜਿਹਾ ਕੁਝ ਕੀਤਾ, ਉਹਦੇ ਵਾਸਤੇ ਲਾਅ ਦੇ ਵਿੱਚ ਬੜੀਆਂ ਕਲੀਅਰ ਕੱਟ ਪ੍ਰੋਵੀਜ਼ਨਸ ਨੇ, ਚਾਹੇ ਉਹ ਏਰੀਆ ਹਾਊਸਿੰਗ ਦੇ ਅੰਡਰ ਆਉਂਦਾ, ਚਾਹੇ ਉਹ ਲੋਕਲ ਗਵਰਨਮੈਂਟ ਦੇ ਅੰਡਰ ਆਉਂਦੇ, ਤੇ ਚਾਹੇ ਉਹ ਪਿੰਡੂ ਖੇਤਰ ਦੇ ਵਿੱਚ ਆਉਂਦਾ, ਉਹਦੇ ਮੁਤਾਬਕ ਕਾਰਵਾਈ ਹੈ ਜਿਹੜੀ ਉਹ ਬਣਦੀ ਜਿਹੜੀ ਹੈਗੀ ਉਹਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।